ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 9ਵੇਂ ਵਿੱਚ ਅੱਜ ਆਪਾਂ ਜੰਗ ਦੇ ਆਰੰਭ ਹੋਣ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਵਜ਼ੀਦ ਖਾਂ ਸਰਹੰਦ ਤੋਂ ਵੱਡਾ ਲਸ਼ਕਰ ਇਕੱਠਾ ਕਰਕੇ ਚੜ੍ਹਾਈ ਕਰਕੇ ਬੜੇ ਕ੍ਰੋਧ ਵਿੱਚ ਆ ਕੇ ਸ਼੍ਰੀ ਅਨੰਦਪੁਰ ਸਾਹਿਬ ਵੱਲ ਚੱਲ ਪਿਆ। ਉਸ ਦੇ ਪਾਸ 450 ਨਗਾਰੇ ਸਨ, ਜਿਹੜੇ ਬੜੀ ਉੱਚੀ ਧੁਨ ਵਿੱਚ ਵੱਜੇ। ਇੰਨੇ ਹੀ ਝੰਡੇ ਝੂਲ ਰਹੇ ਸਨ ਅਤੇ ਆਪਣੀਆਂ ਆਪਣੀਆਂ ਮਿਸਲਾਂ ਦੇ ਅੱਗੇ ਅੱਗੇ ਲੈ ਕੇ ਚਲੇ ਜਾ ਰਹੇ ਸਨ। ਅਨੇਕ ਪ੍ਰਕਾਰ ਦੀਆਂ ਤੋਪਾਂ ਚੱਲਦੀਆਂ ਸਨ ਅਤੇ ਬਹੁਤ ਵੱਡਾ ਦਲ ਸਮੁੰਦਰ ਦੇ ਜਲ ਵਾਂਗ ਠਾਠਾਂ ਮਾਰਦਾ ਚੱਲ ਰਿਹਾ ਸੀ। ਇੱਕ ਮੰਜ਼ਿਲ ਤੈਅ ਕਰਕੇ ਡੇਰਾ ਲਾ ਲੈਂਦੇ ਹਨ ਅਤੇ ਆਰਾਮ ਕਰਨ ਵਾਸਤੇ ਰਾਤ ਬਤੀਤ ਕਰਦੇ ਹਨ। ਰੋਪੜ ਲੰਘ ਕੇ ਸਰਹੰਦੀ ਲਸ਼ਕਰ ਨੇ ਕੁਝ ਅੱਗੇ ਜਾ ਕੇ ਡੇਰਾ ਲਾ ਲਿਆ। ਉੱਧਰ ਲਾਹੌਰ ਦੇ ਸੂਬੇ ਜ਼ਬਰਦਸਤ ਖਾਂ ਨੇ ਲਾਹੌਰ ਸ਼ਹਿਰ ਨੂੰ ਛੱਡਿਆ। ਉਹ ਵੀ ਪੂਰੀ ਤਿਆਰੀ ਕਰਕੇ ਉੱਧਰੋਂ ਚੱਲ ਪਿਆ। ਜਥਾ ਕਰਮ ਸਾਰਾ ਪਿੰਡ ਲੰਘ ਕੇ ਨਦੀ ਦੇ ਕਿਨਾਰੇ ਜਾ ਕੇ ਡੇਰਾ ਕਰ ਲਿਆ। ਫਿਰ ਸਰਹੰਦ ਅਤੇ ਲਾਹੌਰ ਦੇ ਦੋਵਾਂ ਦਲਾਂ ਦੇ 900 ਨਗਾਰੇ ਹੋ ਗਏ ਅਤੇ 900 ਹੀ ਝੰਡੇ ਅੱਗੇ ਅੱਗੇ ਝੂਲ ਰਹੇ ਸਨ। ਸ਼੍ਰੀ ਅਨੰਦਪੁਰ ਸਾਹਿਬ ਵੱਲ ਦੋਵਾਂ ਪਾਸਿਆਂ ਤੋਂ ਆਏ। ਇੱਕ ਪਾਸੇ ਤੋਂ ਲਾਹੌਰ ਦਾ ਸੂਬਾ ਜ਼ਬਰਦਸਤ ਖਾਂ ਆਇਆ ਅਤੇ ਦੂਜੇ ਪਾਸੇ ਤੋਂ ਸਰਹੰਦ ਦਾ ਸੂਬਾ ਵਜ਼ੀਦ ਖਾਂ ਆਇਆ। ਦੂਰ ਦੂਰ ਤੋਂ ਪਏ ਦਿਖਾਈ ਦਿੰਦੇ ਸਨ। ਤੀਸਰੇ ਪਾਸੇ ਪਹਾੜੀ ਰਾਜਿਆਂ ਦੀ ਸੈਨਾ ਸੀ। ਭੀਮ ਚੰਦ ਨੇ ਆਪਣੀਆਂ ਅੱਖਾਂ ਨਾਲ ਵੇਖਿਆ। ਸਾਰੇ ਰਾਜਿਆਂ ਨੂੰ ਭਲੀ ਪ੍ਰਕਾਰ ਸੰਭਾਲ ਕੇ ਚੜ੍ਹਾਈ ਕਰਨ ਵਾਸਤੇ ਫਿਰ ਬੁਲਾ ਲਿਆ। ਹਾਥੀ ਘੋੜਿਆਂ 'ਤੇ ਸਵਾਰ ਹੋ ਗਏ ਅਤੇ ਸਾਰਿਆਂ ਨੂੰ ਇੱਕ ਸਥਾਨ 'ਤੇ ਇਕੱਠਾ ਕਰ ਲਿਆ। ਉਹ ਬੈਠੇ ਤੁਰਕਾਂ ਦੀ ਆਮਦ ਨੂੰ ਉਡੀਕਦੇ ਰਹੇ। ਜਦ ਦੋਵੇਂ ਸੂਬਿਆਂ ਦਾ ਆਉਣਾ ਹੋ ਗਿਆ, ਫਿਰ ਪਹਾੜੀਏ ਤੁਰੰਤ ਤਿਆਰੀ ਕਰਕੇ ਚੜ੍ਹ ਆਏ ਅਤੇ ਸਾਰੇ ਪਹਾੜੀ ਰਾਜੇ ਇਕੱਠੇ ਹੋ ਕੇ ਚੱਲ ਆਏ। ਇਹਨਾਂ ਦੇ ਨਗਾਰੇ ਵੱਖਰੇ ਹੀ ਵੱਜਦੇ ਸਨ ਅਤੇ ਬਹੁਤ ਵੱਡੇ ਪਹਾੜੀ ਦਲ ਲੈ ਕੇ ਨਿਕਲ ਪਏ। ਜ਼ਬਰਦਸਤ ਖਾਂ ਨੇ ਵੀ ਦਰਿਆ ਤੋਂ ਪਾਰ ਉਤਾਰਾ ਕੀਤਾ। ਸਾਰਾ ਲਸ਼ਕਰ ਤਰ ਕੇ ਨਦੀ ਦੇ ਪਾਣੀ ਨੂੰ ਪਾਰ ਕਰ ਗਿਆ। ਦੋਵੇਂ ਸੂਬੇ ਮਿਲ ਕੇ ਇੱਕ ਥਾਂ ਇਕੱਠੇ ਹੋ ਗਏ ਅਤੇ ਉਹਨਾਂ ਨੇ ਆਪਣੀ ਸਾਰੀ ਸੈਨਾ ਨੂੰ ਸੁਚੇਤ ਕਰ ਦਿੱਤਾ। ਇੱਕ ਪਾਸੇ ਤੋਂ ਤੁਰਕਾਂ ਦੇ ਲਸ਼ਕਰ ਉਮੜ ਕੇ ਆ ਗਏ ਅਤੇ ਦੂਸਰੇ ਪਾਸੇ ਤੋਂ ਸਾਰੇ ਪਹਾੜੀਏ ਮਿਲ ਕੇ ਦਲ ਇਕੱਠਾ ਕਰਕੇ ਆ ਗਏ। ਜਦ ਔਰੰਗਜ਼ੇਬ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਮਿਲ ਕੇ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਲੜਾਈ ਕਰਨ ਨੂੰ ਆਈਆਂ, ਤਾਂ ਉਸ ਵੇਲੇ ਉਹਨਾਂ ਦੇ ਧੌਂਸਿਆਂ ਦੀ ਗੜਗੱਜ ਬੱਦਲ ਗੱਜਣ ਵਾਂਗ ਭਿਆਨਕ ਉੱਠ ਰਹੀ ਸੀ। ਸੂਰਮੇ ਜਿਹੜੇ ਬੜੀ ਠਾਠ ਬਣ ਕੇ ਆ ਰਹੇ ਸਨ, ਇੰਝ ਲੱਗ ਰਹੇ ਸਨ ਜਿਵੇਂ ਘਟਾਂ ਇਕੱਠੀਆਂ ਹੋ ਕੇ ਚੜ੍ਹ ਆਈਆਂ ਹੋਣ ਅਤੇ ਉਹਨਾਂ ਦੇ ਸ਼ਸਤਰ ਇੰਝ ਚਮਕ ਰਹੇ ਸਨ ਮਾਨੋ ਚਾਰੇ ਪਾਸੇ ਬਿਜਲੀ ਲਿਸ਼ਕ ਰਹੀ ਸੀ। ਇਹ ਬਨਾਵਟੀ ਚੱਕਰ ਤਦ ਤੱਕ ਹੀ ਸੀ ਜਦ ਤੱਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਿਲੇ ਵਿੱਚੋਂ ਜੋੜ ਜੋੜ ਕੇ ਤੀਰਾਂ ਦੀ ਵਾਛੜ ਹਵਾ ਵਾਂਗ ਨਹੀਂ ਸੀ ਕਰ ਦਿੱਤੀ। ਰਾਜੇ ਰਾਣੇ ਰਾਵ ਮੀਏ ਤੁਰਕਾਂ ਨੂੰ ਵੇਖ ਕੇ ਚਿੱਤ ਵਿੱਚ ਚਾਹ ਭਰ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਚੜ੍ਹ ਕੇ ਆ ਗਏ। ਗੁੱਜਰ ਅਤੇ ਰੰਗੜਾਂ ਦੇ ਸਮੂਹ ਵੀ ਬੜੇ ਹੰਕਾਰ ਵਿੱਚ ਭਰ ਕੇ ਆਏ ਅਤੇ 22 ਧਾਰ ਰਾਜਿਆਂ ਨੇ ਵੀ ਆਪਣੇ ਸਾਰੇ ਯੋਧੇ ਲਏ ਅਤੇ ਨਾਲ ਪਰਜਾ ਨੂੰ ਵੀ ਇਕੱਠੀ ਕਰਕੇ ਲਿਆਏ। ਸੱਯਦ ਪਠਾਨ ਸ਼ੇਖ ਮੁਗਲ ਵਿਸ਼ੇਸ਼ ਤੌਰ 'ਤੇ ਸਭ ਮਿਲ ਕੇ ਆ ਗਏ। ਉਹਨਾਂ ਨੇ ਆ ਕੇ ਆਪਣੇ ਦੂਰ ਦੂਰ ਡੇਰੇ ਲਾਏ। ਗੁਰੂ ਜੀ ਤੋਂ ਡਰਦੇ ਨੇੜੇ ਨਹੀਂ ਸੀ ਹੁੰਦੇ। ਚਾਰੇ ਪਾਸੇ ਸਮੁੰਦਰ ਵਰਗਾ ਵੱਡਾ ਦਲ ਜਲ ਵਾਂਗ ਫੈਲਿਆ ਹੋਇਆ ਸੀ। ਮਾਨੋ ਸ਼੍ਰੀ ਅਨੰਦਪੁਰ ਸਾਹਿਬ ਨੇ ਇੱਕ ਟਾਪੂ ਦਾ ਰੂਪ ਧਾਰਨ ਕਰ ਲਿਆ ਸੀ। ਜਦ ਲੜਾਈ ਵਾਸਤੇ ਢੁਕੇ ਤਦ ਸਾਰੇ ਸਿੰਘ ਵੇਖਦੇ ਸਨ ਕਿ ਕਦ ਅੱਗੇ ਆਉਣ। ਉਹ ਆਪਣੀਆਂ ਬੰਦੂਕਾਂ ਚਲਾਉਣੀਆਂ ਚਾਹੁੰਦੇ ਸਨ। ਊਂਠਾਂ ਉੱਤੇ ਧਰੇ ਨਗਾਰਿਆਂ 'ਤੇ ਜਦ ਬਹੁਤ ਉੱਚੀ ਉੱਚੀ ਡਗੇ ਲਾਏ ਤਾਂ ਦੋਵੇਂ ਸੂਬਿਆਂ ਨੇ ਵੇਖਿਆ ਕਿ ਗੁਰੂ ਜੀ ਡਰੇ ਨਹੀਂ ਹਨ। ਸ਼੍ਰੀ ਅਨੰਦਪੁਰ ਸਾਹਿਬ ਤੋਂ ਬਹੁਤ ਦੂਰ ਦੂਰ ਖੜ੍ਹੇ ਸਨ। ਇੱਧਰ ਸਾਰਾ ਖਾਲਸਾ ਆਨੰਦ ਅਤੇ ਉਤਸ਼ਾਹ ਨਾਲ ਭਰਿਆ ਸੀ। ਕਾਇਰਾਂ ਨੂੰ ਡਰ ਉਤਪੰਨ ਹੋਇਆ। ਉਹਨਾਂ ਦੀਆਂ ਛਾਤੀਆਂ ਧੜਕਦੀਆਂ ਸਨ ਅਤੇ ਉਹ ਇਸ ਪ੍ਰਕਾਰ ਕੰਬ ਰਹੇ ਸਨ ਮਾਨੋ ਮੌਤ ਨੇ ਗਰਸ ਲਏ ਹਨ। ਯੁੱਧ ਕਰਨ ਵਾਸਤੇ ਨੇੜਤਾ ਕੀਤੀ। ਸੂਰਬੀਰ ਵੱਡਾ ਯੁੱਧ ਕਰਨਾ ਚਾਹੁੰਦੇ ਸਨ। ਅੱਗੇ ਹੋ ਕੇ ਘਮੰਡੀ ਸੂਰਬੀਰਾਂ ਨੂੰ ਮਾਰਨਾ ਚਾਹੁੰਦੇ ਸਨ। ਗੁਰੂ ਜੀ ਨੇ ਫਿਰ ਹੁਕਮ ਕੀਤਾ, ਹੇ ਤੋਪਚੀ, ਚੰਗੀ ਤਰ੍ਹਾਂ ਵੇਖੋ, ਜਿੱਥੇ ਟੋਲੀ ਬਣਾ ਕੇ ਖੜ੍ਹੇ ਹਨ ਉੱਥੇ ਗੋਲੇ ਨੂੰ ਭੇਜੋ। ਇਹਨਾਂ ਨੂੰ ਸਾਹਮਣੇ ਖੜ੍ਹੇ ਨਾ ਹੋਣ ਦਿਓ।
ਵੈਰੀ ਵੱਡੀ ਗਿਣਤੀ ਵਿੱਚ ਹੋਣ ਕਰਕੇ ਇਹਨਾਂ ਵਿੱਚ ਡਰ ਉਤਪੰਨ ਕਰੋ, ਫਿਰ ਇਹ ਆਸੇ-ਪਾਸੇ ਪਰੇ ਹੋ ਜਾਣਗੇ। ਸਤਿਗੁਰੂ ਜੀ ਦੀ ਆਗਿਆ ਸੁਣ ਕੇ ਜਿਹੜੀ ਤੋਪ ਪਹਿਲਾਂ ਹੀ ਤਿਆਰ ਸੀ ਉਸ ਦਾ ਨਿਸ਼ਾਨਾ ਬੰਨ੍ਹ ਕੇ ਅੱਗ ਲਾ ਕੇ ਤੁਰੰਤ ਪਲੀਤਾ ਲਗਾਇਆ ਤਾਂ ਬਹੁਤ ਉੱਚੀ ਗਰਜ ਨਾਲ ਆਵਾਜ਼ ਉੱਠੀ ਤੇ ਤੁਰੰਤ ਗੋਲਾ ਉੱਥੇ ਸੂਕਦਾ ਹੋਇਆ ਚਲਾ ਗਿਆ। ਦੋਵੇਂ ਪਾਸਿਆਂ ਦੇ ਅਨੇਕਾਂ ਸੂਰਬੀਰ ਵੇਖ ਰਹੇ ਸਨ। ਬੜੀ ਦੂਰ ਤੋਂ ਆ ਕੇ ਲੱਗਾ ਤੇ ਵੈਰੀਆਂ ਨੂੰ ਉਲਟਾ ਕੇ ਸੁੱਟ ਦਿੱਤਾ। ਉਹ ਡਰਦੇ ਮਾਰੇ ਇੱਧਰ ਉੱਧਰ ਭੱਜ ਉੱਠੇ। ਫਿਰ ਸੂਬਾ ਗੁੱਸੇ ਵਿੱਚ ਆ ਕੇ ਬੋਲਿਆ, ਤੋਪ ਚਲਾ ਕੇ ਮਾਰੋ। ਸੂਬਿਆਂ ਪਾਸੋਂ ਸੁਣ ਕੇ ਅੱਗੇ ਨੂੰ ਵੱਧ ਕੇ ਜਾ ਪਏ। ਜਿੱਥੇ ਮੋਰਚੇ ਬੱਧੇ ਹੋਏ ਸਨ ਤੇ ਖਾਲਸਾ ਵਿੱਚ ਖੜਾ ਸੀ, ਖਾਲਸੇ ਦੀਆਂ ਬੰਦੂਕਾਂ ਤਿਆਰ ਸਨ। ਉਹਨਾਂ ਸਾਰਿਆਂ ਨੇ ਮਿਲ ਕੇ ਇੱਕੇ ਵਾਰ ਤੁਰੰਤ ਛੱਡੀਆਂ ਤੇ ਤੜ ਦੀ ਭਾਰੀ ਆਵਾਜ਼ ਹੋਈ। ਸਿੰਘ ਓਟ ਲੈ ਕੇ ਖੜੇ ਸਨ। ਮਲੇਸ਼ ਲਕਸ਼ ਦੇ ਨੇੜੇ ਗਏ। ਬੇਸ਼ੱਕ ਸਾਰੇ ਜਾਣਦੇ ਸਨ ਕਿ ਹੁਣ ਗੁਰੂ ਜੀ ਦੇ ਹੱਥੋਂ ਸਾਡਾ ਕਾਲ ਹੋ ਜਾਵੇਗਾ। ਸਾਹਮਣੇ ਮੈਦਾਨ ਵਿੱਚ ਪ੍ਰਾਣ ਛੱਡ ਕੇ ਮਰ ਗਏ ਤੇ ਗੋਲੀਆਂ ਲੱਗ ਕੇ ਬ੍ਰਿਛਾਂ ਦੀਆਂ ਡਾਹਣੀਆਂ ਵਾਂਗ ਡਿੱਗ ਪਏ। ਤੁਰਕ ਘੋੜਿਆਂ ਨੂੰ ਨਚਾ ਕੇ ਭਜਾਉਂਦੇ ਸਨ ਤੇ ਨੇੜੇ ਹੋ ਕੇ ਗੋਲੀਆਂ ਮਾਰਦੇ ਸਨ। ਤੀਰ ਸੜਾ ਚੱਲ ਰਹੇ ਸਨ ਤੇ ਇਸ ਪ੍ਰਕਾਰ ਦੋਵੇਂ ਪਾਸਿਆਂ ਤੋਂ ਤੀਰ ਆ ਜਾ ਰਹੇ ਸਨ। ਫਿਰ ਬਹੁਤ ਵੱਡਾ ਯੁੱਧ ਹੋਇਆ। ਲੱਖਾਂ ਮਲੇਸ਼ ਮਿਲ ਕੇ ਆ ਕੇ ਵਾਰ ਕਰਦੇ ਸਨ, ਪਰ ਗੁਰੂ ਜੀ ਦੀ ਰੱਖਿਆ ਕਰਕੇ ਸਾਰੇ ਵਾਰ ਖਾਲੀ ਜਾਂਦੇ ਸਨ ਤੇ ਕਿਸੇ ਸਿੰਘ ਨੂੰ ਵੀ ਗੋਲੀ ਨਹੀਂ ਸੀ ਲੱਗਦੀ। ਸਾਰੇ ਪਾਸੇ ਹਨੇਰਾ ਛਾਇਆ ਹੋਇਆ ਸੀ। ਬਹੁਤ ਸੂਰਬੀਰ ਅਤੇ ਘੋੜੇ ਮਰ ਰਹੇ ਸਨ। ਕਈਆਂ ਦੇ ਪੇਟ ਫਟੇ ਹੋਏ ਸਨ। ਜਦ ਹੱਲਾ ਕਰਦੇ ਸਨ, ਮਾਰ ਬੋਲਦੇ ਸਨ। ਮਲੇਸ਼ ਜੋ ਲੱਖਾਂ ਦੀ ਗਿਣਤੀ ਵਿੱਚ ਸਨ, ਉਹ ਸਾਹਮਣੇ ਪ੍ਰਤੱਖ ਹੋਏ। ਸਤਿਗੁਰੂ ਜੀ ਨੇ ਵੇਖਿਆ ਤੇ ਯੋਧਿਆਂ ਨੂੰ ਵੰਗਾਰਿਆ। ਭਾਈ ਉਦੈ ਸਿੰਘ, ਭਾਈ ਦਇਆ ਸਿੰਘ ਆਦਿ ਨੂੰ ਤੁਰੀ ਦੀ ਆਵਾਜ਼ ਕਰਕੇ ਆਪਣੇ ਪਾਸ ਬੁਲਾਇਆ। ਆਪ ਗੁਰੂ ਜੀ ਉੱਚੇ ਸਥਾਨ 'ਤੇ ਖੜੇ ਹੋ ਕੇ ਜੰਗ ਵੇਖ ਰਹੇ ਸਨ ਤੇ ਬੰਦੂਕਾਂ ਅਤੇ ਪਿਸਤੌਲਾਂ ਚਲਾ ਰਹੇ ਸਨ। ਫਿਰ ਗੁਰੂ ਜੀ ਨੇ ਉਹਨਾਂ ਨੂੰ ਹੁਕਮ ਦਿੱਤਾ, ਛੇਤੀ ਜਾਓ ਤੇ ਮਲੇਸ਼ਾਂ ਨੂੰ ਹਟਾਓ। ਕ੍ਰੋਧ ਨਾਲ ਭਰ ਆਏ ਹਨ, ਜਿਹੜੇ ਗਿਣੇ ਵੀ ਨਹੀਂ ਜਾ ਸਕਦੇ। ਇੱਧਰ ਸਿੰਘ ਥੋੜ੍ਹੇ ਹਨ, ਵੈਰੀ ਪਾਸ ਬਹੁਤ ਵੱਡੀ ਸੈਨਾ ਹੈ। ਤੁਹਾਡੇ ਪਿੱਛੇ ਭਾਰੀ ਸ਼ਹੀਦ ਸੈਨਾ ਹੈ। ਵੱਡਾ ਹੱਲਾ ਆ ਕੇ ਕੀਤਾ ਹੈ, ਜਿਹੜਾ ਕਿ ਝੱਲਿਆ ਨਹੀਂ ਜਾਂਦਾ ਹੈ। ਦੋਵੇਂ ਅੱਗੇ ਜਾਓ ਤੇ ਲੜਾਈ ਮਚਾਓ। ਜਦ ਉਹਨਾਂ ਨੇ ਗੁਰੂ ਜੀ ਦੇ ਅਜਿਹੇ ਬਚਨ ਸੁਣੇ ਤਾਂ ਜਿਵੇਂ ਵੱਡਾ ਬਲ ਪ੍ਰਾਪਤ ਕਰ ਲਿਆ ਹੋਵੇ, ਬੰਦਨਾ ਕਰਕੇ ਚਲੇ ਗਏ। ਮਹਾਨ ਸ਼ਸਤਰ ਪਾਸ ਸਨ। ਅੱਗੇ ਹੋ ਕੇ ਲੜੇ ਤੇ ਸਾਰੇ ਸੂਰਬੀਰਾਂ ਨੂੰ ਵੀ ਆਪਣੇ ਨਾਲ ਲੈ ਲਿਆ। ਆਪਣੇ ਧਨੁਖ ਬਾਣਾਂ ਨੂੰ ਨਿਸ਼ੰਗ ਹੋ ਕੇ ਫੜਿਆ ਤੇ ਉਹਨਾਂ ਵਿੱਚ ਬਾਣ ਰੱਖੇ ਤੇ ਬੜੇ ਜ਼ੋਰ ਨਾਲ ਖਿੱਚੇ। ਮਲੇਸ਼ਾਂ ਨੂੰ ਮਾਰਿਆ ਤੇ ਪੈਰ ਅੱਗੇ ਵਧਾਏ। ਉੱਥੇ ਪਹੁੰਚ ਕੇ ਉਹਨਾਂ ਨੇ ਪ੍ਰਚੰਡ ਯੁੱਧ ਕੀਤਾ। ਉੱਧਰ ਜ਼ਬਰਦਸਤ ਖਾਂ ਅਤੇ ਵਜ਼ੀਦ ਖਾਂ ਖੜੇ ਹੋ ਕੇ ਲੜਾਈ ਵੇਖ ਰਹੇ ਸਨ। ਕਈ ਪਹਾੜੀ ਰਾਜੇ ਵੀ ਉਹਨਾਂ ਦੇ ਪਾਸ ਖੜੇ ਸਨ ਕਿ ਦੋਵੇਂ ਦਲ ਮਿਲ ਕੇ ਕੀ ਠੀਕ ਯੁੱਧ ਕਰ ਰਹੇ ਹਨ। ਉੱਧਰ ਭਾਈ ਉਦੈ ਸਿੰਘ ਉਹਨਾਂ ਦੇ ਸਾਹਮਣੇ ਆ ਗਿਆ। ਉਸਨੇ ਵੱਡੇ ਕ੍ਰੋਧ ਵਿੱਚ ਆ ਕੇ ਬਹੁਤ ਤੀਰ ਚਲਾਏ। ਤੁਰਕਾਂ ਵੱਲ ਵੇਖ ਕੇ ਹੱਲਾ ਕਰਕੇ ਰੇਲ ਪੇਲ ਕਰ ਦਿੱਤੇ। ਸਿੰਘ ਵਿੱਚ ਮਿਲ ਗਏ ਤੇ ਪਿਛਾਂਹ ਨਾ ਹਟੇ। ਖਾਲਸੇ ਉੱਤੇ ਵਿਸ਼ਾਲ ਬਲ ਪਿਆ। ਫਿਰ ਗੁਰੂ ਜੀ ਦੇ ਹੁਕਮ ਨਾਲ ਸ਼ਹੀਦ ਸਿੰਘ ਆਏ। ਕੁਝ ਐਸੀ ਹਵਾ ਵਗੀ ਕਿ ਕੁਝ ਵੀ ਦਿਖਾਈ ਨਹੀਂ ਸੀ ਦਿੰਦਾ। ਇੱਕ ਵਾਰ ਤੁਰਕਾਂ ਵਿੱਚ ਵੱਡੀ ਮਾਰ ਮਚ ਗਈ। ਬਹੁਤ ਵਿਕਰਾਲ ਤਲਵਾਰਾਂ ਚੱਲੀਆਂ। ਸਾਰੀ ਧਰਤੀ ਲਹੂ ਨਾਲ ਭਿੱਜ ਕੇ ਲਾਲ ਰੰਗ ਦੀ ਹੋ ਗਈ। ਇੱਧਰ ਹਜ਼ਾਰਾਂ ਵੱਡੇ ਸੂਰਬੀਰ ਸਿੰਘ ਆ ਪਏ ਤੇ ਲੱਖਾਂ ਵੈਰੀ ਤੁਰਕ ਕੱਟ ਦਿੱਤੇ। ਤਦ ਸੂਰਬੀਰਾਂ ਨੇ ਇੱਕ ਸਾਰ ਕੱਟ ਵੱਢ ਧਾਰਨ ਕੀਤੀ। ਇਹ ਸਾਰੀ ਕਤਲੇਆਮ ਸ਼ਹੀਦ ਸਿੰਘਾਂ ਨੇ ਕਰ ਦਿੱਤੀ। ਕੋਈ ਵੀ ਮਾਰਨ ਵਾਲਾ ਵਿਖਾਈ ਨਹੀਂ ਸੀ ਦਿੰਦਾ। ਪ੍ਰਾਣ ਗਵਾ ਕੇ ਵੈਰੀ ਧਰਤੀ ਉੱਤੇ ਡਿੱਗ ਪੈਂਦੇ ਸਨ। ਉੱਥੋਂ ਤੱਕ ਸਿੰਘ ਹਮਲਾ ਕਰਕੇ ਨਹੀਂ ਗਏ ਸਨ ਜਿੱਥੋਂ ਤੱਕ ਅੱਗੇ ਸ਼ਹੀਦਾਂ ਨੇ ਮਾਰ ਮੁਕਾਏ। ਗਿਰਦੇ ਮਰਦੇ ਸੂਰਬੀਰ ਦਿਖਾਈ ਦਿੰਦੇ ਸਨ, ਪਰ ਕਿਵੇਂ ਮਾਰੇ ਗਏ ਹਨ ਇਹ ਕੁਝ ਦਿਖਾਈ ਨਹੀਂ ਸੀ ਦਿੰਦਾ। ਕੋਈ ਵੀ ਘੋੜਾ ਜਾਂ ਸੂਰਬੀਰ ਅੱਗੇ ਨਾ ਅਟਕਿਆ। ਕੱਟੇ ਹੋਏ ਡਿੱਗਦੇ ਅਤੇ ਧੂੜ ਵਿੱਚ ਮਿਲਦੇ ਵਿਖਾਈ ਦਿੰਦੇ ਸਨ। ਜਦੋਂ ਸ਼ਹੀਦ ਆ ਪਹੁੰਚੇ ਤਦ ਵਜ਼ੀਦ ਖਾਂ ਵੇਖ ਕੇ ਬਹੁਤ ਹੈਰਾਨ ਹੋਇਆ। ਜ਼ਬਰਦਸਤ ਖਾਂ ਵੀ ਕੁਝ ਕਹਿ ਨਹੀਂ ਸੀ ਸਕਦਾ। ਬਹੁਤ ਛੇਤੀ ਮਰ ਜਾਂਦੇ ਹਨ, ਅਸੀਂ ਪਾਸ ਖੜੇ ਵੇਖਦੇ ਹੀ ਰਹਿ ਜਾਂਦੇ ਹਾਂ। ਉਹ ਸੋਚਦੇ ਸਨ, ਇੱਥੇ ਤਾਂ ਸਿੰਘ ਥੋੜ੍ਹੇ ਹੀ ਦਿਸਦੇ ਹਨ। ਸਾਰੇ ਸੂਰਬੀਰ ਕਿਸ ਨੇ ਮਾਰ ਕੇ ਡੇਗ ਦਿੱਤੇ ਹਨ, ਇਹ ਦਿਖਾਈ ਨਹੀਂ ਦਿੰਦਾ ਹੈ। ਵੇਖ ਕੇ ਹਿਰਦੇ ਵਿੱਚ ਉਹਨਾਂ ਨੂੰ ਵਿਸ਼ਾਲ ਅਚਰਜਤਾ ਹੁੰਦੀ ਹੈ। ਦੋਵੇਂ ਪਾਸੇ ਭਾਰੀ ਯੁੱਧ ਹੁੰਦਾ ਹੈ। ਕਿਰਪਾਨਾਂ ਲਹੂ ਨਾਲ ਭਿੱਜੀਆਂ ਹੋਈਆਂ ਚਮਕਦੀਆਂ ਹਨ। ਦੋਵੇਂ ਸੂਬੇਦਾਰ ਚਿੱਤ ਵਿੱਚ ਬਹੁਤ ਹੈਰਾਨ ਹੁੰਦੇ ਹਨ। ਇਸ ਪਹਿਲੇ ਜੰਗੀ ਹਮਲੇ ਵਿੱਚ ਜਿੱਤ ਨਹੀਂ ਪਾਈ ਹੈ। ਸਾਰਾ ਦਲ ਜਿਹੜਾ ਜਿਉਂਦਾ ਸੀ
ਪਿੱਛੇ ਹਟਾ ਲਿਆ ਤੇ ਗੁਰੂ ਜੀ ਦੀ ਸੈਨਾ ਤੋਂ ਬਹੁਤ ਦੂਰ ਹੋ ਕੇ ਖੜੇ ਹੋ ਗਏ। ਤੁਰਕ ਬਹੁਤ ਗੋਲੀਆਂ ਅਤੇ ਤੀਰ ਚਲਾਉਂਦੇ ਸਨ, ਪਰ ਸਿੰਘਾਂ ਦੇ ਛੇਤੀ ਕੋਈ ਵੀ ਤੀਰ ਜਾਂ ਗੋਲੀ ਜਾ ਕੇ ਨਹੀਂ ਸੀ ਲੱਗਦਾ। ਫਿਰ ਉਹਨਾਂ ਨੇ ਪਹਾੜੀ ਰਾਜੇ ਨਾਲ ਮਿਲ ਕੇ ਸਲਾਹ ਕੀਤੀ, ਇਹ ਕਿਵੇਂ ਜੰਗ ਹੋਇਆ ਹੈ? ਬਹੁਤ ਸੂਰਬੀਰ ਮਾਰੇ ਗਏ ਹਨ, ਦਾਵ ਘਾਵ ਕਰਕੇ ਕਿਵੇਂ ਲੜਦੇ ਰਹੇ ਹਾਂ, ਕੋਈ ਬਚਾਓ ਦੀ ਵਿਧੀ ਅਪਣਾਈਏ ਜਿਸ ਨਾਲ ਜਿੱਤ ਪ੍ਰਾਪਤ ਹੋਵੇ। ਜਿਵੇਂ ਅੱਜ ਲੜੇ ਹਾਂ, ਜੇ ਇਸ ਤਰ੍ਹਾਂ ਰੋਜ਼ ਲੜਦੇ ਰਹੇ ਤਾਂ ਸਾਰੀ ਫੌਜ ਦਾ ਖੋਜ ਹੀ ਮਿਟ ਜਾਏਗਾ। ਰਣ ਖੇਤਰ ਵਿੱਚ ਕੋਈ ਵੀ ਸਿੰਘ ਮਾਰਿਆ ਦਿਖਾਈ ਨਹੀਂ ਦੇ ਰਿਹਾ ਹੈ। ਤੁਰਕਾਂ ਦਾ ਵਿਨਾਸ਼ ਵੇਖ ਕੇ ਬੜਾ ਡਰ ਉਤਪੰਨ ਹੋ ਰਿਹਾ ਹੈ। ਤਦ ਭੀਮ ਚੰਦ ਨੇ ਹੱਥ ਜੋੜ ਕੇ ਕਿਹਾ, ਉਹਨਾਂ ਨੇ ਮੋਰਚਿਆਂ ਵਿੱਚ ਖੜੇ ਹੋ ਕੇ ਓਟ ਰੱਖੀ ਹੈ। ਤੁਹਾਡੇ ਸੂਰਬੀਰ ਮੈਦਾਨ ਵਿੱਚ ਲੜਦੇ ਰਹੇ ਹਨ, ਬਹੁਤ ਮਾਰ ਪਈ ਹੈ, ਕਿਵੇਂ ਧੀਰਜ ਧਾਰਨ ਕਰਦੇ? ਤੁਸੀਂ ਬੁੱਧੀਵਾਨ ਹੋ, ਇਸ ਪ੍ਰਕਾਰ ਲੜਾਈ ਨਾ ਕਰੋ। ਸਵੇਰ ਹੋਣ 'ਤੇ ਜੰਗ ਜਿੱਤ ਲੈਣੀ ਚਾਹੀਦੀ ਹੈ। ਫਿਰ ਸਾਰੀਆਂ ਤੋਪਾਂ ਵੀ ਆ ਜਾਣਗੀਆਂ। ਚੰਗੇ ਮੋਰਚੇ ਬਣਾ ਕੇ ਉਹਨਾਂ ਨੂੰ ਟਿਕਾਓ। ਬੜੇ ਬੜੇ ਰਾਠ ਸੂਰਬੀਰ ਸਤਿਗੁਰੂ ਜੀ ਨੇ ਇਕੱਠੇ ਕੀਤੇ ਹਨ। ਇਹ ਲੁਟੇਰੇ ਜ਼ਿਆਦਾ ਹਨ ਜਾਂ ਇਹ ਵੱਡੇ ਚੋਰ ਹਨ? ਤਲਵਾਰ ਤੇ ਨੇਜ਼ੇ ਤੋਂ ਬਗੈਰ ਇਹ ਗੱਲ ਨਹੀਂ ਕਰਦੇ ਹਨ। ਇੱਕੋ ਵਾਰ ਹੱਲਾ ਕਰਕੇ ਜਾ ਪੈਂਦੇ ਹਨ ਤੇ ਕੱਟਦੇ ਜਾਂਦੇ ਹਨ। ਇਹ ਸੁਣ ਕੇ ਦੋਵੇਂ ਸੂਬੇ ਪਿੱਛੇ ਹਟ ਗਏ ਤੇ ਆਪਣੇ ਲਸ਼ਕਰ ਦੀ ਖਬਰ ਸਾਰ ਲਈ। ਬੇਸ਼ੁਮਾਰ ਜ਼ਖਮੀ ਹੋਏ ਤੇ 900 ਸੂਰਬੀਰ ਮਾਰੇ ਗਏ। ਜਿਹੜੇ ਸਿੰਘ ਗੁਰੂ ਜੀ ਦੇ ਪਾਸ ਸਨ, ਉਹ ਗੁਰੂ ਜੀ ਦੇ ਚਰਨਾਂ 'ਤੇ ਬੰਦਨਾ ਕਰਕੇ ਕਹਿਣ ਲੱਗੇ, ਹੇ ਸਤਿਗੁਰੂ ਜੀ, ਇਹ ਜਾਣੋ ਵੈਰੀ ਨੂੰ ਬਹੁਤ ਵੱਡੀ ਮਾਰ ਪਈ ਹੈ। ਵੈਰੀ ਨੂੰ ਮੈਦਾਨ ਵਿੱਚ ਵੇਖ ਕੇ ਬੰਦੂਕਾਂ ਚਲਾਈਆਂ ਹਨ ਤੇ ਪੱਕੇ ਫਲਾਂ ਵਾਂਗ ਦੜਾ ਦੜ ਡਿੱਗੇ ਹਨ। ਅਕਲ ਦੇ ਅੰਨ੍ਹਿਆਂ ਨੂੰ ਬਹੁਤ ਛੇਤੀ ਮਾਰ ਦਿੱਤਾ ਹੈ। ਭਾਈ ਉਦੇ ਸਿੰਘ ਤੇ ਭਾਈ ਦਇਆ ਸਿੰਘ ਨੇ ਬਹੁਤ ਤੁਰਕ ਮਾਰੇ, ਵੱਡੀ ਗਿਣਤੀ ਵਿੱਚ ਤੁਰਕਾਂ ਦਾ ਨਾਸ਼ ਕੀਤਾ। ਫਿਰ ਸਤਿਗੁਰੂ ਜੀ ਨੇ ਕਿਹਾ, ਦਾਵ ਰੱਖ ਕੇ ਲੜੋ, ਮੋਰਚੇ ਵਿੱਚ ਠਹਿਰੋ ਤੇ ਅੱਗੇ ਨਾ ਜਾਓ। ਜਦ ਵੈਰੀ ਤੁਹਾਡਾ ਨੇੜ ਕਰੇ ਤਦ ਨਿਸ਼ਾਨੇ ਤੱਕ ਕੇ ਮਾਰੋ, ਸਾਵਧਾਨ ਹੋ ਕੇ ਬੈਠੇ ਰਹੋ। ਇਸ ਪ੍ਰਕਾਰ ਤੁਸੀਂ ਹਾਰੋਗੇ ਨਹੀਂ। ਜਿਨ੍ਹਾਂ ਨੂੰ ਜ਼ਖਮ ਹੋਏ ਸਨ ਉਹਨਾਂ ਸੂਰਬੀਰਾਂ ਨੂੰ ਸਾਲ ਪੱਤਰ ਦਿੱਤੇ। ਉਹਨਾਂ ਦੇ ਜ਼ਖਮਾਂ 'ਤੇ ਸਾਲ ਪੱਤਰ ਲਾ ਕੇ ਘਸਾ ਕੇ ਉਹਨਾਂ ਨੂੰ ਬਚਾ ਲੈਂਦੇ ਸਨ। ਕਈ 4 ਪੈਰਾਂ ਵਿੱਚ ਤੇ ਕਈ 8 ਪੈਰਾਂ ਵਿੱਚ ਜ਼ਖਮ ਦੇ ਮਿਲਣ ਕਰਕੇ ਰਾਜ਼ੀ ਹੋ ਜਾਂਦੇ ਸਨ ਤੇ ਆਰਾਮ ਪਾਉਂਦੇ ਸਨ। ਕਈ ਸਿੰਘ ਸ਼ਹੀਦ ਹੋ ਕੇ ਸੱਚਖੰਡ ਨੂੰ ਚਲੇ ਗਏ ਤੇ ਜਿਹੜੇ ਮੋਰਚਿਆਂ ਵਿੱਚ ਬੈਠੇ ਸਨ ਉਹ ਮਹਾਨ ਸ਼ਕਤੀਸ਼ਾਲੀ ਸਨ। ਫਿਰ ਗੁਰੂ ਜੀ ਦੇ ਹੁਕਮ ਨਾਲ ਰਣਜੀਤ ਨਗਾਰਾ ਵੱਜ ਉੱਠਿਆ ਤੇ ਫਿਰ ਸਤਿਗੁਰੂ ਜੀ ਨੇ ਬਚਨ ਕੀਤਾ, ਘੋੜੇ ਅਤੇ ਸੈਨਾ ਤਿਆਰ ਕਰ ਲਓ। ਸ਼ਸਤਰਾਂ ਨਾਲ ਸੱਜ ਕੇ ਤੇ ਬੰਦੂਕਾਂ ਫੜ ਕੇ ਸਾਡੇ ਨਾਲ ਚੜ੍ਹ ਕੇ ਆਉਣ। ਅਸੀਂ ਵੀ ਬਾਹਰ ਚੱਲਾਂਗੇ ਤੇ ਜੰਗ ਕਰਕੇ ਵੈਰੀਆਂ ਨੂੰ ਮਾਰਾਂਗੇ। ਗੁਰੂ ਜੀ ਪਾਸੋਂ ਸੁਣ ਕੇ ਫਿਰ ਸਾਰੇ ਖਾਲਸੇ ਨੇ ਤਿਆਰੀ ਕੀਤੀ। ਘੋੜਿਆਂ ਉੱਤੇ ਕਾਠੀਆਂ ਪਾ ਕੇ ਬਹੁਤ ਉਤਸ਼ਾਹਿਤ ਹੋ ਗਏ। ਕਮਰ ਕੱਸੇ ਕਰਕੇ ਉਹਨਾਂ ਨੇ ਗਲਾਂ ਵਿੱਚ ਤਲਵਾਰਾਂ ਪਾ ਲਈਆਂ, ਪਿੱਠ 'ਤੇ ਢਾਲਾਂ ਲਟਕਾ ਲਈਆਂ ਤੇ ਨੇਜ਼ੇ, ਸੇਲੇ, ਬਰਸ਼ੀਆਂ ਅਤੇ ਸਾਂਗ ਧਾਰਨ ਕਰ ਲਏ। ਫਿਰ ਤਿਆਰ ਹੋ ਕੇ ਘੋੜਿਆਂ 'ਤੇ ਸਵਾਰ ਹੋ ਗਏ ਤੇ ਜੰਗ ਦੇ ਮੈਦਾਨ ਵਿੱਚ ਆ ਗਏ। ਉਧਰੋਂ ਭੀਮ ਚੰਦ ਨੇ ਆਪਣੀ ਦੂਰਬੀਨ ਨਾਲ ਗੁਰੂ ਜੀ ਨੂੰ ਜੰਗ ਦੇ ਮੈਦਾਨ ਵਿੱਚ ਸਭ ਤੋਂ ਅੱਗੇ ਆਉਂਦਿਆਂ ਨੂੰ ਵੇਖ ਲਿਆ। ਨੀਲੇ ਰੰਗ ਦਾ ਛੈਲ ਛਬੀਲਾ ਘੋੜਾ ਹੈ, ਉਸ ਉੱਤੇ ਗੁਰੂ ਜੀ ਸਵਾਰ ਹਨ। ਮੋਢੇ ਉੱਤੇ ਉਹਨਾਂ ਨੇ ਸਬਜ਼ ਰੰਗ ਦੀ ਕਮਾਨ ਧਾਰਨ ਕੀਤੀ ਹੈ ਤੇ ਗਲ ਵਿੱਚ ਵੱਡੀ ਤਲਵਾਰ ਪਾਈ ਹੋਈ ਹੈ। ਸਿਰ ਉੱਤੇ ਜ਼ਿਗਾ ਬਹੁਤ ਹੀਰਿਆਂ ਸਹਿਤ ਚਮਕ ਰਹੀ ਹੈ। ਉੱਚੀ ਕਲਗੀ ਝੂਲਦੀ ਹੈ ਜਿਸ ਵਿੱਚ ਹੀਰੇ ਸ਼ੋਭ ਰਹੇ ਹਨ। ਸੋ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਯੁੱਧ ਵਾਸਤੇ ਘੋੜਸਵਾਰ ਹੋਏ ਹਨ। ਹੁਣ ਯੁੱਧ ਦੇ ਮੈਦਾਨ ਵਿੱਚ ਵੱਡਾ ਬਲ ਧਾਰ ਕੇ ਸੂਰਮਿਆਂ ਨੂੰ ਮਾਰਨਗੇ। ਦੋਨੋਂ ਪਾਸਿਆਂ ਤੋਂ ਬਹੁਤ ਗੋਲੇ ਚੱਲੇ। ਗੁਰੂ ਜੀ ਸਮੇਤ ਸਾਰਾ ਖਾਲਸਾ ਅੱਗੇ ਵੱਲ ਚੱਲਦਾ ਰਿਹਾ। ਜਦ ਸੂਬੇ ਨੇ ਵੇਖਿਆ ਕਿ ਗੋਲੇ ਨਿਕਲ ਕੇ ਬਹੁਤ ਉੱਚੇ ਆਕਾਸ਼ ਵੱਲ ਗਏ ਹਨ ਤਾਂ ਉਸਨੇ ਗਾਲਾਂ ਕੱਢ ਕੇ ਤੋਪਚੀਆਂ ਨੂੰ ਝਿੜਕਿਆ, ਤੁਹਾਡਾ ਤੋਪਾਂ ਚਲਾਉਣ ਦਾ ਇਲਮ ਕਿੱਥੇ ਚਲਾ ਗਿਆ ਹੈ? ਕਿਸੇ ਨੂੰ ਵੀ ਗੋਲਾ ਨਹੀਂ ਲੱਗਾ। ਸਾਹਮਣੇ ਤੋਂ ਸੈਨਾ ਦਲ ਚੱਲਦਾ ਆ ਰਿਹਾ ਹੈ, ਕਿਸੇ ਦਾ ਵੀ ਸਿਰ ਨਹੀਂ ਭੰਨਿਆ ਹੈ। ਵੈਰੀ ਨੂੰ ਮਾਰ ਕੇ ਇਨਾਮ ਲਓ ਤੇ ਭਾਰੀ ਧਨ ਪ੍ਰਾਪਤ ਕਰੋ। ਫਿਰ ਦੁਬਾਰਾ ਨਿਸ਼ਾਨਾ ਲਾਇਆ ਤੇ ਅਣਗਿਣਤ ਤੋਪਾਂ ਚੱਲੀਆਂ, ਪਰ ਉਹ ਸਾਰੇ ਨਿਕਲ ਕੇ ਧਰਤੀ ਵਿੱਚ ਧੱਸ ਗਏ ਤੇ ਗੁਰੂ ਜੀ ਤੱਕ ਨਾ ਪਹੁੰਚ ਸਕੇ। ਕੋਈ ਸੱਜੇ ਖੱਬੇ ਜਾਂਦੇ ਸਨ, ਮੂਰਖ ਜਾਣ ਨਹੀਂ ਸੀ ਸਕਦੇ। ਪੌਣ, ਜਲ ਅਤੇ ਅਗਨੀ ਪ੍ਰਭੂ ਸਤਿਗੁਰੂ ਜੀ ਦੀ ਆਗਿਆ ਵਿੱਚ ਰਹਿੰਦੇ ਹਨ। ਮਾੜੀ ਮੱਤ ਵਾਲੇ ਮਲੀਨ ਐਸੇ ਸਤਿਗੁਰੂ ਜੀ ਨੂੰ ਮਾਰਨਾ ਚਾਹੁੰਦੇ ਸਨ। ਜਦ ਤੋਪਾਂ ਪਾਸੋਂ ਕੁਝ ਨਾ ਸਰਿਆ ਤਾਂ ਬਹੁਤ ਗੁੱਸਾ ਕੀਤਾ। ਘੋੜੇ ਦੀ ਅਸਵਾਰੀ ਲੈ ਕੇ ਸੈਨਾ ਨੂੰ ਨਾਲ ਲੈ ਕੇ ਲੜਨ ਵਾਸਤੇ ਆਏ।
ਕਲਗੀਧਰ ਪਾਤਸ਼ਾਹ ਨੇ ਵੱਡਾ ਗੁੱਸਾ ਧਾਰਨ ਕੀਤਾ ਹੋਇਆ ਸੀ ਤੇ ਕਠੋਰ ਧਨੁੱਖ ਵਿੱਚ ਤੇਜ਼ ਖਪਰੇ ਧਰ ਧਰ ਕੇ ਵੈਰੀ ਵੱਲ ਚਲਾਏ ਤੇ ਇੱਕੇ ਵਾਰ 10-10 ਵੈਰੀਆਂ ਨੂੰ ਮਾਰ ਮੁਕਾਇਆ। ਘੋੜੇ ਅਤੇ ਮਨੁੱਖ ਇੱਕਸਾਰ ਅੱਗੇ ਪਿੱਛੇ ਡਿੱਗਦੇ ਸਨ। ਰਣ ਖੇਤਰ ਵਿੱਚ ਬਹੁਤ ਧੂੰਆਂ ਨਿਕਲ ਰਿਹਾ ਸੀ ਤੇ ਸਾਰੇ ਹਨੇਰਾ ਛਾਇਆ ਹੋਇਆ ਸੀ। ਸੈਯਦ, ਮੁਗਲ, ਪਠਾਨ ਸਭ ਮਿਲ ਕੇ ਗੁਰੂ ਜੀ ਦੇ ਉੱਤੇ ਵਾਰ ਕਰ ਰਹੇ ਸਨ। ਇੱਧਰੋਂ ਸਿੰਘ ਕਰੋਧ ਧਾਰ ਕੇ ਬੰਦੂਕਾਂ ਲੈ ਕੇ ਅੱਗੇ ਵੱਧ ਕੇ ਜੁੱਟ ਪਏ। ਬਹੁਤਿਆਂ ਦੇ ਸਿਰ ਗੋਲੀਆਂ ਲੱਗ ਲੱਗ ਕੇ ਪਾਟ ਗਏ ਸਨ। ਕਈਆਂ ਦੇ ਹੱਥ ਪੈਰ ਟੁੱਟ ਗਏ ਸਨ ਤੇ ਉਹ ਘੋੜਿਆਂ ਤੋਂ ਡਿੱਗ ਪਏ। ਤੋਪਾਂ ਨੂੰ ਪਿੱਛੇ ਦੂਰ ਛੱਡ ਕੇ ਲਸ਼ਕਰ ਅੱਗੇ ਨਿਕਲ ਕੇ ਆਇਆ ਤਾਂ ਵੱਡਾ ਯੁੱਧ ਮਚ ਉੱਠਿਆ। ਗੁਰੂ ਗੋਬਿੰਦ ਸਿੰਘ ਜੀ ਨੇ ਵੱਡਾ ਹੱਲਾ ਕੀਤਾ। ਸਾਰੇ ਸਿੰਘਾਂ ਨੂੰ ਨਾਲ ਲੈ ਕੇ ਬੰਦੂਕਾਂ ਨੂੰ ਸੰਭਾਲਿਆ। ਅਕਾਰਨ ਵਿਰੋਧੀਆਂ ਦੇ ਯੁੱਧ ਕਰਨ ਕਰਕੇ ਸ਼ੁੱਧ ਕਰੋਧ ਚੜ੍ਹ ਆਇਆ। ਸ਼ੁੱਧ ਕਰੋਧ ਉਹ ਹੈ ਜੋ ਕਿਸੇ ਧਰਮ ਉਪਕਾਰ ਦੇ ਕੰਮ ਲਈ ਆਵੇ। ਕਠੋਰ ਧਨੁੱਖ ਨੂੰ ਧਾਰ ਕੇ ਫਿਰ ਉਹਨਾਂ ਨੇ ਘੋੜਿਆਂ ਨੂੰ ਭਜਾਇਆ। ਸਮੂਹ ਤੀਰ ਤਾਣ ਤਾਣ ਕੇ ਬੜੇ ਜ਼ੋਰ ਨਾਲ ਮਾਰਦੇ ਸਨ ਤੇ ਦੜ ਦੜ ਕਰਕੇ ਸੂਰਬੀਰ ਅਤੇ ਘੋੜਿਆਂ ਨੂੰ ਧਰਤੀ 'ਤੇ ਸੁੱਟੀ ਜਾਂਦੇ ਸਨ, ਮਾਨੋ ਬਹੁਤ ਤੇਜ਼ ਹਵਾ ਵਗਦੀ ਹੋਵੇ ਜਿਹੜੀ ਬ੍ਰਿਛਾਂ ਨੂੰ ਜੜ੍ਹਾਂ ਤੋਂ ਹੀ ਪੁੱਟ-ਪੁੱਟ ਥੱਲੇ ਸੁੱਟੀ ਜਾਂਦੀ ਹੋਵੇ। ਇਸ ਪ੍ਰਕਾਰ ਸਾਰੀ ਧਰਤੀ ਢਕੀ ਗਈ। ਗੁਰੂ ਜੀ ਖਾਲਸੇ ਸਮੇਤ ਵੈਰੀਆਂ ਨੂੰ ਜਿਸ ਕਿਸ ਪਾਸੇ ਦੌੜਾਈ ਜਾਂਦੇ ਸਨ, ਸਾਰੇ ਮਾਰ ਦਿੱਤੇ। ਕੋਈ ਵੀ ਉਹਨਾਂ ਅੱਗੇ ਨਾ ਟਿਕਿਆ। ਗੋਲੀਆਂ ਅਤੇ ਤੀਰ ਸੜਾਕ ਕਰਕੇ ਲੱਗਦੇ ਸਨ। ਜਿਉਂਦੇ ਭੱਜੇ ਜਾਂਦੇ ਸਨ ਤੇ ਜਿਨ੍ਹਾਂ ਨੂੰ ਤੜਕ ਕਰਕੇ ਗੋਲੀ ਵੱਜੀ ਉਹ ਮਰ ਗਏ। ਦੋਵੇਂ ਸੂਬੇ ਅਤੇ ਪਹਾੜੀ ਰਾਜੇ ਇਕੱਠੇ ਹੋ ਕੇ ਮਿਲੇ ਤੇ ਆਪਣੀ ਆਪਣੀ ਸੈਨਾ ਨੂੰ ਵੇਖ ਕੇ ਗਾਲਾਂ ਕੱਢਦੇ ਸਨ। ਕੋਈ ਸਿੰਘ ਘਾਇਲ ਹੋ ਜਾਂਦਾ ਸੀ। ਖਾਲਸੇ ਨੇ ਗੁਰੂ ਜੀ ਦੇ ਪ੍ਰਤਾਪ ਨੂੰ ਵੇਖਿਆ। ਇਸ ਪ੍ਰਕਾਰ ਤੁਰਕਾਂ ਦੇ ਲਸ਼ਕਰ ਨੂੰ ਵਾਪਸ ਮੋੜ ਦਿੱਤਾ। ਕਈ ਭੱਜ ਕੇ ਆਪਣੇ ਡੇਰੇ ਪਹੁੰਚ ਗਏ। ਵੈਰੀਆਂ ਦੇ ਦਲ ਲੜ ਕੇ ਹਟ ਗਏ। ਫਿਰ ਖੁਸ਼ੀ ਨਾਲ ਲੜਨ ਵਾਸਤੇ ਸਾਹਮਣੇ ਆ ਕੇ ਨਾ ਲੜੇ। ਮਸਾਂ ਹਟ ਕੇ ਨਗਰ ਵੱਲ ਆ ਗਏ ਤੇ ਆਉਣ ਲੱਗਿਆਂ ਨੇ ਬਹੁਤ ਬੰਦੂਕਾਂ ਛੱਡੀਆਂ। ਯੁੱਧ ਵਿੱਚ ਮਰਿਆਂ ਦੀਆਂ ਲੋਥਾਂ ਚੁੱਕੀਆਂ ਤੇ ਘਾਇਲਾਂ ਦੀ ਸਭ ਥਾਂ ਸੰਭਾਲ ਕੀਤੀ। ਫਿਰ ਸਤਿਗੁਰੂ ਜੀ ਆ ਕੇ ਕਿਲੇ ਵਿੱਚ ਦਾਖਲ ਹੋ ਗਏ ਤੇ ਫਿਰ ਤੋਪਾਂ ਬੰਦੂਕਾਂ ਦੀਆਂ ਸ਼ਲਖਾਂ ਛੱਡੀਆਂ। ਦੁਸ਼ਟਾਂ ਨੂੰ ਹਟਾ ਕੇ ਦੂਰ ਹੀ ਰੱਖਿਆ। ਰਣ ਖੇਤਰ ਵਿੱਚ ਬਹੁਤ ਵੈਰੀ ਮਾਰ ਮੁਕਾਏ। ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਖਾਲਸੇ ਵਿੱਚ ਵੱਡੀ ਪ੍ਰਸੰਨਤਾ ਛਾ ਗਈ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਜੰਗ ਤੀਸਰੇ ਦਿਨ ਵੀ ਚੱਲਦਾ ਰਿਹਾ। ਇਸ ਪ੍ਰਕਾਰ ਸਤਿਗੁਰੂ ਜੀ ਦੇ ਬਲ ਬਾਰੇ ਸੁਣ ਕੇ ਦੋਵੇਂ ਸੂਬੇ ਬੜੇ ਕ੍ਰੋਧ ਵਿੱਚ ਆ ਗਏ ਤੇ ਕਹਿਣ ਲੱਗੇ, ਹੇ ਰਾਜਾਗਣ, ਵੇਖੋ ਤੁਹਾਡੇ ਸਾਹਮਣੇ ਹੀ ਹੁਣ ਅਸੀਂ ਫੜ ਲਵਾਂਗੇ ਜਾਂ ਮਾਰ ਦਿਆਂਗੇ। ਸੋ ਸਾਧ ਸੰਗਤ ਜੀ, ਇੱਥੇ 6ਵੀਂ ਰੁੱਤ ਦਾ 11ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।